ਕਿਰਪਾਲ ਕਜ਼ਾਕ ਦੀ ਰਚਨਾ ਹੈ ਅੰਮ੍ਰਿਤਾ ਬਾਰੇ। ਪਿਆਰ ਨਾਲ ਦਿੱਤਾ ਜ਼ਹਿਰ ਖਾਣ ਵਾਲੀ। ਅੰਮ੍ਰਿਤਾ ਤੇ ਨਾਗਮਣੀ ਤੋਂ ਮਿਲੇ ਪਿਆਰ ਤੇ ਸਤਿਕਾਰ ਬਾਰੇ ਅਨੇਕ ਸਿਮਰਤੀਆਂ ਚੇਤੇ ਹਨ। ਇਹਨਾਂ ਸਤਰਾਂ ਦੀ ਸੀਮਾ ਗੋੜੇ ਚੋਂ ਪੂਣੀ ਕੱਤਨ ਤੁਲ ਹੈ। ਕਿਸੇ ਦਾਨਿਸ਼ਵਰ ਦੀ ਪਰਿਭਾਸ਼ਾ ਬਾਰੇ ਸੰਸਾਰ 'ਚ ਬਹੁਤ ਕੁਝ ਕਿਹਾ ਗਿਆ ਹੈ। ਖਲੀਲ ਜਿਬਰਾਨ ਨੇ ਕਿਹਾ, ਕੋਈ ਅਜਿਹੀ ਸ਼ਖਸੀਅਤ ਜਿਸ ਦੀ ਸੰਗਤ ਵਿੱਚ ਕਿਸੇ ਅਦਨੇ ਨੂੰ ਛੋਟੇਪਣ ਦਾ ਅਹਿਸਾਸ ਨਾ ਹੋਵੇ। ਸੁਕਰਾਤ ਨੇ ਕਿਹਾ, ਜੋ ਮਿਕਨਾਤੀਸੀ ਖਿੱਚ ਦਾ ਮੁਜੱਸਮਾ ਹੋਵੇ। ਮੌਲਾਨਾ ਰੂਮੀ ਨੇ ਕਿਹਾ, ਜੋ ਲੋਹੇ ਨੂੰ ਛੋਹਣ ਤੇ ਸੋਨਾ ਬਣਾਉਣ ਦੇ ਗੁਣਾਂ ਵਾਲਾ ਪਾਰਸ ਹੋਵੇ। ਜੀਵਨ ਵਿੱਚ ਭਾਗਵਸ ਮੈਨੂੰ ਇੱਕ ਤੋਂ ਵਧੇਰੇ ਅਜਿਹੇ ਦਾਨਸ਼ਵਰਾਂ ਦੀ ਸੋਭਤ ਦਾ ਸ਼ਰਫ ਹਾਸਲ ਹੋਇਆ, ਜਿਨ੍ਹਾਂ 'ਚ ਉਪਰੋਕਤ 3 ਗੁਣਾਂ ਦੇ ਨਾਲ ਚੌਥਾ ਗੁਣ ਵੀ ਸੀ। ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਪਰ ਇਹ ਦਾਨਸ਼ਵਰ ਲੋਹੇ ਨੂੰ ਪਾਰਸ ਹੀ ਬਣਾ ਦੇਣ ਦੇ ਸੁਆਮੀ ਸਨ। ਅੰਮ੍ਰਿਤਾ ਉਹਨਾਂ 'ਚੋਂ ਇੱਕ ਸੀ। ਮੈਂ ਅਦਨਾ ਜਦੋਂ ਨਾਗਮਣੀ ਤੇ ਅੰਮ੍ਰਿਤਾ ਦੇ ਸੰਪਰਕ 'ਚ ਆਇਆ ਤਾਂ ਜ਼ਿੰਦਗੀ ਬਹੁਤ ਬਦਤਰ ਸੀ। ਅੰਮ੍ਰਿਤਾ ਨੇ ਕਦੇ ਹੀਣਤਾ ਭਾਵ ਦਾ ਅਹਿਸਾਸ ਨਹੀਂ ਹੋਣ ਦਿੱਤਾ, ਸਗੋਂ ਇਹ ਵਿਸ਼ਵਾਸ ਜਗਾਇਆ, ਗਰੀਬੀ ਗਦਾ ਹਮਾਰੀ। ਦਿੱਲੀ 'ਚ ਮੇਰੇ ਕਈ ਸੰਬੰਧੀ ਹਨ। ਇੱਕ ਵਾਰ ਪਰਿਵਾਰਕ ਕਾਜ ਲਈ ਗਿਆ, ਮੈਂ ਮਿਲਣ ਚਲਾ ਗਿਆ। ਅੱਗੇ ਯੂਗੋਸਲਾਵੀਆ ਤੋਂ ਆਏ ਕੁਝ ਲੋਕ ਬੈਠੇ ਸਨ, ਗੋਰੇ ਚਿੱਟੇ ਲੋਕ, ਚਮਕਦਾ ਲਿਬਾਸ। ਮੈਂ ਮੁੜਨ ਲੱਗਾ ਤਾਂ ਉਹਨੇ ਕਾਰਨ ਪੁੱਛਿਆ। ਮੈਂ ਆਪਣੇ ਸਧਾਰਨ ਪਹਿਰਾਵੇ ਤੋਂ ਨੀਵੀਂ ਪਾਈ। ਉਹ ਮੁਸਕਰਾਈ ਤੇ ਮੈਨੂੰ ਫਖਰ ਨਾਲ ਉਹਨਾਂ ਲੋਕਾਂ 'ਚ ਕੇਵਲ ਲੈ ਕੇ ਹੀ ਨਾ ਗਈ, ਸਗੋਂ ਮੇਰੇ ਜੀਵਨ ਤੇ ਕਹਾਣੀਆਂ ਬਾਰੇ ਇਸ ਕਦਰ ਹੁੱਬ ਕੇ ਜ਼ਿਕਰ ਕੀਤਾ। ਜੇਕਰ ਮੈਂ ਭੁੱਲਾ ਨਹੀਂ ਤਾਂ ਉੱਥੇ ਇੱਕ ਪ੍ਰਕਾਸ਼ਕ ਤੋਂ ਕੋਈ ਮੈਡਮ ਸੰਧੂ ਵੀ ਬੈਠੇ ਸਨ। ਉਹਨਾਂ ਮੇਰੇ ਸਿਧਾਂਤਕ ਨਜ਼ਰੀਏ ਬਾਰੇ ਪੁੱਛਿਆ। ਇਹ ਪਤਾ ਲੱਗਣ 'ਤੇ ਕਿ ਮੈਂ ਕਮਿਊਨਿਸਟ ਪਿਓ ਦਾ ਪੁੱਤਰ ਤੇ ਪਾਰਟੀ ਵਰਕਰ ਹੋਣ ਦੇ ਬਾਵਜੂਦ ਨਾਗਮਣੀ 'ਚ ਛਪਦਾ ਸੀ। ਗੱਲਬਾਤ ਜਦੋਂ ਸਾਡੇ ਤੇ ਰੂਸੀ ਸਾਹਿਤ ਦੇ ਪ੍ਰਭਾਵ ਬਾਰੇ ਹੋ ਰਹੀ ਸੀ ਤਾਂ ਉੱਥੇ ਬੈਠੇ ਰੂਸੀ ਪ੍ਰਾਵਦਾ 'ਚ ਕੰਮ ਕਰਦੀ ਪੱਤਰਕਾਰ ਉਜ਼ਬੇਕ ਕੁੜੀ ਜ਼ਕਾਰੀਆ ਨੂੰ ਅੰਮ੍ਰਿਤਾ ਨੇ ਕਿਹਾ, ਉਹ ਗੱਲਬਾਤ ਰਿਕਾਰਡ ਕਰੇ ਤੇ ਛਾਪੇ। ਜੋ ਮੁਲਾਕਾਤ ਤੱਕ ਹੀ ਨਾ ਰੁਕੀ, ਕਹਾਣੀਆਂ ਛਪਣ ਤੱਕ ਵੀ ਗਈ। ਅਜਿਹੀ ਫਰਾਖ ਦਿਲੀ ਕੇਵਲ ਅੰਮ੍ਰਿਤਾ ਦੇ ਹਿੱਸੇ ਆਈ। ਪੰਜਾਬੀ ਸਾਹਿਤ ਜਗਤ ਵਿੱਚ ਅੰਮ੍ਰਿਤਾ ਦਾ ਵਿਰੋਧ ਕਈ ਤਰ੍ਹਾਂ ਦਾ ਸੀ। ਕੁਝ ਲੋਕ ਉਹਦੀ ਨਿੱਜੀ ਜ਼ਿੰਦਗੀ ਤੇ ਕਿੰਤੂ ਪ੍ਰੰਤੂ ਕਰਦੇ ਸਨ। ਆਲੋਚਕ ਇਸ ਲਈ ਦੁਖੀ ਸਨ ਕਿ ਉਹ ਉਹਨਾਂ ਦੀ ਟੈਂ ਨਹੀਂ ਸੀ ਮੰਨਦੀ। ਬਹੁਤੇ ਇਸ ਲਈ ਭੰਡਦੇ ਸਨ ਕਿ ਉਹ ਉਹਨਾਂ ਨੂੰ ਨਾਗਮਣੀ 'ਚ ਨਹੀਂ ਸੀ ਛਾਪਦੀ। ਇਸ ਤਰ੍ਹਾਂ ਦੇ ਅਨੇਕ ਕਾਰਨ ਹੋ ਸਕਦੇ ਹਨ। ਜੋ ਛਪਦੇ ਸਨ, ਮਿਲਦੇ ਸਨ, ਚਹੇਤੇ ਸਨ। ਥੋੜ੍ਹੀ ਜਿਹੀ ਗਾਜ ਉਹਨਾਂ 'ਤੇ ਵੀ ਡਿੱਗਦੀ ਸੀ। ਲੋਕਾਂ ਕੋਲ ਇਹਦੇ ਹਜ਼ਾਰਾਂ ਕਿੱਸੇ ਹਨ। ਇਹਨਾਂ ਕਿੱਸਿਆਂ ਦੀ ਇੱਕ ਵਿਡੰਬਣਾ ਇਹ ਵੀ ਸੀ, ਅਨੇਕਾਂ ਵਿਰੋਧੀ ਮਿਲੇ ਜੋ ਜਿੰਨੀ ਜ਼ਹਿਰ ਅੰਮ੍ਰਿਤਾ ਨੂੰ ਬੁਰਾ ਭਲਾ ਕਹਿਣ ਲਈ ਉਗਲਦੇ ਸਨ, ਓਨੀ ਸ਼ਿੱਦਤ ਨਾਲ ਹੀ ਹਰ ਮਹੀਨੇ ਨਾਗਮਣੀ ਉਡੀਕਦੇ ਸਨ। ਯੂਨੀਵਰਸਿਟੀਆਂ ਦੇ ਸਿਲੇਬਸਾਂ ਨੇ ਜਿੰਨਾ ਅੰਮ੍ਰਿਤਾ ਨੂੰ ਪਰਾਂ ਧੱਕ ਕੇ ਰੱਖਿਆ, ਉਹਨਾਂ ਉਹ ਪਾਠਕਾਂ ਦੇ ਦਿਲਾਂ 'ਚ ਬੈਠਦੀ ਗਈ ਤੇ ਦੁਨੀਆ ਦੀਆਂ ਕਈ ਜ਼ਬਾਨਾਂ ਤੱਕ ਫੈਲ ਗਈ। ਪਰ ਨਾਗਮਣੀ ਦੇ ਛੋਟੇ ਕੱਦ ਵਾਲੇ ਲੇਖਕਾਂ ਨੂੰ ਕਈ ਇੰਨੀ ਹਕਾਰਤ ਨਾਲ ਵੇਖਦੇ। ਉਹਨਾਂ ਦੀਆਂ ਲਿਖਤਾਂ ਲੰਪਟ ਕਿਸਮ ਦੀਆਂ ਜਾਪਦੀਆਂ। ਫਰਕ ਸਿਰਫ ਇੰਨਾ ਸੀ, ਮੂੰਹ ਫੱਟ ਜਾਂ ਉੱਚੇ ਕੱਦ ਵਾਲਿਆਂ ਤੋਂ ਥੋੜ੍ਹਾ ਝਿਜਕ ਜਾਂਦੇ। ਨਕਸਲਵਾਦ ਦਾ ਦੌਰ ਸੀ। ਪੁਲਿਸ ਪਿੰਡਾਂ 'ਚੋਂ ਫੜ ਮੁੰਡੇ ਝੂਠੇ ਮੁਕਾਬਲੇ 'ਚ ਭੁੰਨ ਰਹੀ ਸੀ। ਮਾਨਸਾ ਕੋਈ ਸਮਾਗਮ ਸੀ। ਪਾਸ਼ ਅਤੇ ਉਦਾਸੀ ਨੇ ਜੇਲ੍ਹ 'ਚੋਂ ਛੁੱਟ ਕੇ ਆਉਣਾ ਸੀ। ਸਮਾਗਮ ਤੋਂ ਪਹਿਲਾਂ ਮੈਂ ਦਰਸ਼ਨ ਮਿਤਵੇ ਵੱਲ ਚਲਾ ਗਿਆ। ਅੱਗੋਂ ਹੇਮਜੋਤੀ ਵਾਲਾ ਸੁਰਿੰਦਰ ਬਹੁਤ ਹੁੱਬ ਕੇ ਮਿਲਿਆ। ਕੁਝ ਦਿਨ ਪਹਿਲਾਂ ਹੀ ਉਹ ਪਟਿਆਲੇ ਇੱਕ ਸਟੱਡੀ ਸਰਕਲ ਦੌਰਾਨ ਮਿਲਿਆ ਸੀ ਤੇ ਜਦੋਂ ਅਸੀਂ ਇੱਕ ਧਰਮਸ਼ਾਲਾ ਵਿੱਚ ਹੋ ਰਹੇ ਸਮਾਗਮ ਦੌਰਾਨ ਮੂਹਰਲੀਆਂ ਸੀਟਾਂ 'ਤੇ ਬੈਠੇ ਤਾਂ ਮੈਨੂੰ ਤੇ ਮਿਤਵੇ ਨੂੰ ਕਿਸੇ ਕੰਨ 'ਚ ਕਿਹਾ, ਜਾਨ ਚਾਹੀਦੀ ਆ ਤਾਂ ਖਿਸਕ ਜਾਓ। ਅਸੀਂ ਕਿਹਾ, ਕਿਉਂ? ਅੱਗੋਂ ਜਵਾਬ ਆਇਆ, ਜਿੱਦੇ ਇਨਕਲਾਬ ਆਇਆ ਪਹਿਲੀ ਗੋਲੀ ਨਾਗਮਣੀ ਵਾਲਿਆਂ ਦੇ ਠੋਕਾਂਗੇ। ਅਸੀਂ ਪਿੱਛੇ ਜਾ ਕੇ ਬੈਠ ਗਏ। ਉਸੇ ਸ਼ਾਮ ਮਾਨਸਾ ਬੱਸ ਅੱਡੇ 'ਚ ਕਵੀ ਦਰਬਾਰ 'ਤੇ ਵੱਡਾ ਇਕੱਠ ਸੀ। ਨਾਅਰੇ, ਧੂੰਆਂਧਾਰ ਤਕਰੀਰਾਂ ਤੇ ਮੱਚਦੀਆਂ ਕਵਿਤਾਵਾਂ। ਮੈਂ ਪੰਡਾਲ ਦੇ ਪਿੱਛੇ ਲੰਗਰ ਵਾਲੀ ਥਾਂ ਭੋਜਨ ਲਈ ਜਾ ਬੈਠਾ। ਵਰਤਾਰਿਆਂ 'ਚ ਕੁਝ ਘੁਸਰ ਮੁਸਰ ਹੋਈ। ਕਿਸੇ ਨੇ ਮੇਰਾ ਨਾਮ ਪੁੱਛਿਆ, ਦੁਬਾਰਾ ਪੁੱਛਿਆ, ਨਾਗਮਣੀ ਵਾਲਾ। ਮੇਰੇ ਹਾਂ ਕਹਿਣ 'ਤੇ ਇੱਕ ਲੜਕਾ ਆਇਆ ਤੇ ਮੂਹਰੇ ਪਈ ਥਾਲੀ ਚੁੱਕ ਕੇ ਲੈ ਗਿਆ। ਇਹ ਵੱਖਰੀ ਗੱਲ ਹੈ, ਉਸ ਸਮੇਂ ਗੁਰਚਰਨ ਚਾਹਲ ਭੀਖੀ ਮਿਲ ਗਿਆ ਤੇ ਅੱਗੋਂ ਕੁਝ ਹੋਣ ਤੋਂ ਟਲ ਗਿਆ। ਇਹ ਮਾਮੂਲੀ ਘਟਨਾ ਅਧੂਰੀ ਹੈ। ਪੂਰੀ ਹੋਣ ਨੂੰ 4 ਸਾਲ ਲੱਗ ਗਏ।
ਮਾਲਵਾ ਮੇਰੀਆਂ ਦੋਸਤੀਆਂ ਦਾ ਗੜ੍ਹ ਤੇ ਮਾਨਸਾ ਆਉਣ ਜਾਣ ਸੀ। ਇਸੇ ਦੌਰਾਨ ਅਜਮੇਰ ਔਲਖ ਨੇ ਪਰਚਾ ਕੱਢਿਆ ਨਾਗ ਨਿਵਾਸ, ਜਿਹਦੇ ਕੁਝ ਅੰਕਾਂ 'ਚ ਅੰਮ੍ਰਿਤਾ ਬਾਰੇ ਬੜਾ ਅਸ਼ਲੀਲ ਲਿਖਿਆ ਗਿਆ, ਜਿਵੇਂ ਕਿ ਨਿੰਦਾ ਦੀ ਉਮਰ ਬਹੁਤੀ ਨਹੀਂ ਹੁੰਦੀ। ਪਰਚਾ ਬੰਦ ਹੋ ਗਿਆ। ਇਸ ਦੌਰਾਨ ਔਲਖ ਸਾਹਿਬ ਨੇ ਕੁਝ ਕਹਾਣੀਆਂ ਲਿਖੀਆਂ ਜੋ ਨਾਗ ਨਿਵਾਸ ਵਿੱਚ ਵੀ ਛਪੀਆਂ। ਪਰਚਾ ਬੰਦ ਹੋਇਆ ਤਾਂ ਲੱਗਾ ਨਾਗਮਣੀ 'ਚ ਛਪਣ ਵਾਲੇ ਨੂੰ ਲੋਕ ਲੇਖਕ ਮੰਨ ਲੈਂਦੇ ਹੈ। ਮੈਨੂੰ ਮਾਨਸਾ ਗਏ ਨੂੰ ਉਹਨਾਂ ਇੱਕ ਕਹਾਣੀ ਪੜ੍ਹਾਈ ਅਤੇ ਨਾਗਮਣੀ 'ਚ ਛਪਾਉਣ ਨੂੰ ਕਿਹਾ। ਮੈਂ ਨਾਗ ਨਿਵਾਸ ਵਿਚਲੀ ਨਿੰਦਾ ਦਾ ਜ਼ਿਕਰ ਕੀਤਾ। ਔਲਖ ਸਾਹਿਬ ਨੇ ਕੁਝ ਸਮਾਂ ਪਾ ਕੇ ਔਲਖ ਫਰਮਾਈ ਵਾਲੇ ਦੇ ਨਾਂ ਹੇਠ ਨਾਗਮਣੀ ਨੂੰ ਉਹ ਕਹਾਣੀ ਭੇਜ ਦਿੱਤੀ ਅਤੇ ਛਪ ਗਈ। ਮੈਂ ਅੰਮ੍ਰਿਤਾ ਨੂੰ ਨਾਗ ਨਿਵਾਸ ਵਾਲੀ ਨਿੰਦਾ ਦੀ ਤਫਸੀਲ ਅਤੇ ਨਾਮ ਬਦਲ ਕੇ ਕਹਾਣੀ ਛਪਾਉਣ ਬਾਰੇ ਖੱਤ ਲਿਖਿਆ। ਮੁੜਦੀ ਡਾਕ ਅੰਮ੍ਰਿਤਾ ਦਾ ਖੱਤ ਆਇਆ। ਪਿਆਰੇ ਕਜ਼ਾਕ, ਜੋ ਤੂੰ ਲਿਖਿਆ ਮੇਰੀ ਜਾਣਕਾਰੀ 'ਚ ਨਹੀਂ ਸੀ ਹੁੰਦਾ, ਤਦ ਵੀ ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ ਮੈਂ ਨਾਗ ਨਿਵਾਸ ਵਾਲੇ ਔਲਖ ਨੂੰ ਜਾਣਦੀ ਹੀ ਨਹੀਂ। ਮੈਂ ਔਲਖ ਫਰਮਾਈ ਵਾਲੇ ਨੂੰ ਜਾਣਦੀ ਹਾਂ, ਜੋ ਮੇਰਾ ਅਤੇ ਨਾਗਮਣੀ ਦਾ ਚਹੇਤਾ ਲੇਖਕ ਹੈ। ਮੈਂ ਅੰਮ੍ਰਿਤਾ ਦੀ ਚਿੱਠੀ ਲੈ ਕੇ ਔਲਖ ਸਾਹਿਬ ਨੂੰ ਮਿਲਿਆ। ਆਪਣੇ ਵੱਲੋਂ ਲਿਖੀ ਚਿੱਠੀ ਬਾਰੇ ਵੀ ਦੱਸਿਆ। ਔਲਖ ਅੱਖਾਂ ਭਰ ਆਏ। ਕਿਹਾ, ਇੰਨੀ ਚੰਗਿਆਈ ਦੱਸ ਕੇ ਤਾਂ ਤੈਂ ਯਾਰ ਜਾਨ ਹੀ ਕੱਢ ਲਈ। ਲੈ ਹੁਣ ਸਾਰੀ ਉਮਰ ਮੈਥੋਂ ਅੰਮ੍ਰਿਤਾ ਦੇ ਮੱਥੇ ਨਹੀਂ ਲੱਗਿਆ ਜਾਣਾ। ਅੰਮ੍ਰਿਤਾ ਨੂੰ ਇੱਕ ਪਾਸੇ ਬੁਰਾ ਭਲਾ ਕਹਿਣ ਵਾਲੇ ਸਨ, ਦੂਜੇ ਪਾਸੇ ਲੋਕ ਸਿਰ 'ਤੇ ਬਿਠਾਉਣ ਵਾਲੇ ਵੀ ਸਨ। ਇੱਕ ਸਮੇਂ ਮੈਂ DDA ਦਿੱਲੀ ਦੀ ਕੰਸਟਰਕਸ਼ਨ ਦੁੱਗਲ ਐਂਡ ਕੰਪਨੀ 'ਚ ਕਲੇਮਰ ਵਜੋਂ ਕੰਮ ਕਰਦਾ ਸੀ। ਮਲਟੀ ਸਟੋਰੀ ਬਿਲਡਿੰਗ ਨਿਰਮਾਣ 'ਚ ਅਜਿਹੇ ਕੰਮਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਜੋ ਨਕਸ਼ੇ ਤੋਂ ਬਾਹਰ ਹੀ ਕੰਮ ਕੀਤੇ ਗਏ ਹੁੰਦੇ। ਸਰਕਾਰੀ ਅਮਲਾ ਕਾਫੀ ਕੁਝ ਕੱਟ ਦਿੰਦਾ, ਇਸ ਲਈ ਕਲੇਮ ਵਧਾ ਚੜ੍ਹਾ ਕੇ ਲੱਖਾਂ 'ਚ ਕੀਤੇ ਜਾਂਦੇ। ਇੱਕ ਵਾਰ SDO ਮੈਡਮ ਸਾਈਟ 'ਤੇ ਕਲੇਮ 'ਤੇ ਕੰਮਾਂ ਦੀ ਤਫਸੀਲ ਚੈੱਕ ਕਰਨ ਆਈ। ਮੇਰੀ ਟੇਬਲ 'ਤੇ ਅੰਮ੍ਰਿਤਾ ਵੱਲੋਂ ਭੇਂਟ ਕੀਤਾ ਹਿੰਦੀ ਨਾਵਲ ਡਾਕਟਰ ਦੇਵ ਵੇਖ ਕੇ ਹੈਰਾਨ ਹੋਈ। ਪਹਿਲਾਂ ਤਾਂ ਉਹਨੂੰ ਇਤਬਾਰ ਹੀ ਨਾ ਆਇਆ ਕਿ ਮੇਰੇ ਜਿਹੇ ਸਧਾਰਨ ਬੰਦੇ ਨੂੰ ਅੰਮ੍ਰਿਤਾ ਨੇ ਨਾਵਲ ਭੇਂਟ ਕੀਤਾ ਹੋਏਗਾ। ਯਕੀਨ ਹੋ ਗਿਆ ਤਾਂ ਮੇਰੇ ਵੱਲੋਂ ਕੀਤੇ ਕਲੇਮ ਇੰਨ ਬਿੰਨ ਪਾਸ ਕਰ ਗਈ। ਮੇਰੇ ਹੋਸ਼ ਉੱਡ ਗਏ। ਅਗਲੇ ਦਿਨ ਮੈਂ ਉਸ ਮਹਿਲਾ ਅਫਸਰ ਨੂੰ ਇੱਕ ਵਾਰੀ ਫੇਰ ਕਲੇਮ 'ਤੇ ਮੌਕੇ 'ਤੇ ਕੀਤੇ ਕੰਮ ਨੂੰ ਚੈੱਕ ਕਰਨ ਦੀ ਬਿਨੈ ਕੀਤੀ। ਕਹਿਣ ਲੱਗੀ, देखिए मैंने अमृता जी को पढ़ा है, वो बहुत बड़ी हैं, जिसे वो ऐसे शब्द लिख कर दे सकती हैं वो आदमी गलत लिख ही नहीं सकता। मैंने उनका लिखा देखकर पास कर दिए, जबकि स्थिति इस तो उल्ट सी। ਇਹ ਇੱਕ ਤਰਫਾ ਸੱਚ ਸੀ, ਇਸ ਤੋਂ ਵਿਪਰੀਤ ਸੱਚ ਵੀ ਸੀ। ਇੱਕ ਵਾਰ ਮੈਂ ਤੇ ਦਲਬੀਰ ਚੇਤਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਏ ਕੁਝ ਲੇਖਕ ਦੋਸਤਾਂ ਨੂੰ ਮਿਲਣ। ਪਤਾ ਲੱਗਾ ਨਾਗਮਣੀ ਵੱਲੋਂ ਯੂਨੀਵਰਸਿਟੀ ਦੇ ਇੱਕ ਵਿਦਵਾਨ ਦੀ ਰਚਨਾ ਵਾਪਸ ਆ ਜਾਣ 'ਤੇ ਯੂਨੀਵਰਸਿਟੀ ਦੇ ਕਈ ਬੁੱਧੀਜੀਵੀਆਂ ਨੇ ਅੰਮ੍ਰਿਤਾ ਅਤੇ ਨਾਗਮਣੀ ਦਾ ਬਾਈਕਾਟ ਕੀਤਾ ਹੋਇਆ। ਬਾਈਕਾਟ 'ਚ ਸ਼ਰਤ ਰੱਖੀ ਗਈ ਸੀ, ਜਿਹੜਾ ਲੇਖਕ ਜਾਂ ਅਧਿਆਪਕ ਯੂਨੀਵਰਸਿਟੀ ਦੀ ਚਾਰ ਦੀਵਾਰੀ ਅੰਦਰ ਹੋਣ ਵਾਲੀ ਕਿਸੇ ਸਾਹਿਤਕ ਮਹਿਫਿਲ ਵਿੱਚ ਅੰਮ੍ਰਿਤਾ ਜਾਂ ਨਾਗਮਣੀ ਦਾ ਨਾਂ ਲਏਗਾ, ਉਹ ਮੁਜਰਮ ਸਮਝਿਆ ਜਾਏਗਾ ਅਤੇ ਜੁਰਮਾਨੇ ਵਜੋਂ ਹਾਜ਼ਰ ਵਿਅਕਤੀਆਂ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਚਾਹ ਪਾਣੀ ਪਿਆਏਗਾ। ਇਹ ਵੀ ਪਤਾ ਲੱਗਾ ਕਿ ਪਿਛਲੇ ਦਿਨਾਂ ਵਿੱਚ ਡਾਕਟਰ ਜੋਗਿੰਦਰ ਕੈਰੋਂ, ਪਰਮਿੰਦਰ ਜੀ ਅਤੇ ਇੱਕ ਦੋ ਹੋਰ ਸੱਜਣ ਸਜ਼ਾ ਭੁਗਤ ਚੁੱਕੇ ਸਨ। ਸਭ ਸੋਚ ਸਮਝ ਕੇ ਬੋਲ ਰਹੇ ਸਨ। ਇਹ ਤੋਂ ਪਹਿਲਾਂ ਕਿ ਕੁਝ ਵਾਪਰਦਾ, ਦਲਬੀਰ ਚੇਤਨ ਨੱਚਣ ਲੱਗ ਪਿਆ। ਕਹਿਣ ਲੱਗਾ, ਜੇ ਇਹ ਗੱਲ ਹੈ ਤਾਂ ਮੈਂ ਤੇ ਕਜ਼ਾਕ ਇਸ਼ਤਿਹਾਰੀ ਮੁਜਰਮ। ਸਭ ਨੇ ਪੁੱਛਿਆ, ਕਿਵੇਂ? ਕਹਿਣ ਲੱਗਾ, ਇੱਕ ਤਾਂ ਮੈਂ ਹੁਣੇ 10 ਵੇਰ ਅੰਮ੍ਰਿਤਾ ਦਾ ਨਾਂ ਲੈਣ ਵਾਲਾ ਹਾਂ। ਦੂਜਾ, ਮੈਂ ਤੇ ਕਜ਼ਾਕ ਤਾਂ ਕੱਲ੍ਹ ਹੀ ਆਪਣੀਆਂ ਕਿਤਾਬਾਂ ਦੇ ਪਿਛਲੇ ਸਰਵਰਕ 'ਤੇ ਅੰਮ੍ਰਿਤਾ ਦੀ ਰਾਏ ਹੱਥ ਲਿਖਤ ਰੂਪ 'ਚ ਛਾਪਣ ਲਈ ਕਿਤਾਬਾਂ ਦੇ ਖਰੜੇ ਦੇ ਕੇ ਆਏ ਹਾਂ। ਤੁਸੀਂ ਚਾਹ ਪਾਣੀ ਦਾ ਆਰਡਰ ਦਿਓ। ਨਾਗਮਣੀ ਦੀ ਪ੍ਰਕਾਸ਼ਨਾ ਅਤੇ ਸੰਪਾਦਨਾ ਨੂੰ ਲੈ ਕੇ ਅੰਮ੍ਰਿਤਾ ਨੇ ਕਈ ਹੈਰਾਨੀਜਨਕ ਪਿਰਤਾਂ ਪਾਈਆਂ। ਇਸ਼ਤਿਹਾਰ ਅਤੇ ਰਿਵਿਊ ਨਹੀਂ ਛਪਣਗੇ, ਪਰਚੇ ਦਾ ਮੈਟਰ ਹੀ ਪਾਠਕਾਂ ਦੀ ਤਲਬ ਬਣੇਗਾ। ਸੰਪਾਦਕ ਦੀ ਥਾਂ ਅੰਮ੍ਰਿਤਾ ਇਮਰੋਜ਼ ਕਾਮੇ ਛਪਦਾ ਰਿਹਾ। ਮੁੱਖ ਪੰਨਾ ਅਤੇ ਅਖੀਰਲਾ ਸਰਵਰਕ ਵੀ ਰਚਨਾ ਨੂੰ ਲੈ ਕੇ ਛਪਦਾ। ਲੇਖਕਾਂ ਦੇ ਸਕੈਚ ਨਾਗਮਣੀ ਖੁਦ ਬਣਾਉਂਦੀ। ਇੱਕ ਪਾਠਕ ਨੇ ਖੱਤ ਲਿਖਿਆ, ਦੀਦੀ ਤੁਸੀਂ ਰਿਵਿਊ ਕਿਉਂ ਨਹੀਂ ਛਾਪਦੇ? ਅੰਮ੍ਰਿਤਾ ਨੇ ਲਿਖਿਆ, ਰਿਵਿਊ ਕੀ? ਕਿਤਾਬ ਚੰਗੀ ਹੋਵੇ ਪੂਰੀ ਕਿਤਾਬ ਹੀ ਛਾਪ ਦਿੰਦੇ ਹਾਂ। ਮੁਹੰਮਦ ਮਨਸ਼ਾ ਯਾਦ ਦੀ ਪੂਰੀ ਕਿਤਾਬ ਦੀਆਂ ਕਹਾਣੀਆਂ ਛਾਪ ਦਿੱਤੀਆਂ ਸਨ। ਇੱਕ ਕੁਸ਼ਲ ਸੰਪਾਦਕ ਵਜੋਂ ਚੰਗੀ ਰਚਨਾ ਦੀ ਤਲਬ ਵਿੱਚ ਜਿਸ ਸ਼ਿੱਦਤ, ਪਿਆਰ ਅਤੇ ਸਤਿਕਾਰ ਨਾਲ ਅੰਮ੍ਰਿਤਾ ਨੇ ਲੇਖਕਾਂ ਨੂੰ ਖੱਤ ਲਿਖੇ, ਅਜਿਹੀ ਮਿਸਾਲ ਪੰਜਾਬੀ ਸਾਹਿਤ ਜਗਤ 'ਚ ਨਹੀਂ ਮਿਲਦੀ। ਖੱਤ 2 ਸਤਰੇ ਹੁੰਦੇ, ਪਰ ਆਪਣਾ ਸਤਿਕਾਰ ਅਤੇ ਮੋਹ ਨਾਲ ਭਰੇ ਹੁੰਦੇ। ਮੈਨੂੰ ਵੀ ਆਉਂਦੇ। ਇੱਕ ਵਾਰ ਬੜਾ ਤੜਫਦਾ ਖੱਤ ਮਿਲਿਆ, ਪਿਆਰੇ ਕਜ਼ਾਕ,
ਇੰਨਾ ਲੰਮਾ ਸਮਾਂ ਗੈਰ ਹਾਜ਼ਰ ਰਹਿਣ ਦਾ ਕਾਰਨ? ਤੈਨੂੰ ਤੇ ਤੇਰੀ ਕਹਾਣੀ ਨੂੰ ਨਾਗਮਣੀ ਤੇ ਅਸੀਂ ਸ਼ਿੱਦਤ ਨਾਲ ਉਡੀਕ ਰਹੇ ਹਾਂ। ਖੱਤ ਮੇਰੇ ਅੰਦਰ ਉਤਰ ਗਿਆ। ਕਹਾਣੀ ਲਿਖੀ ਹੋਈ ਸੀ। ਸੋਚਿਆ ਮੋੜਵੇਂ ਮੋਹ ਨੂੰ ਡਾਕ 'ਚ ਕਿਉਂ ਪਾਇਆ ਜਾਵੇ। ਪ੍ਰੇਮ ਗੋਰਖੀ ਨੂੰ ਖੱਤ ਲਿਖਿਆ, ਚੱਲਣਾ ਹੈ ਜਾਂ ਕੋਈ ਸੁਨੇਹਾ ਤਾਂ ਦੱਸੋ। ਦੂਜੇ ਚੌਥੇ ਪ੍ਰੇਮ ਗੋਰਖੀ ਵੱਲੋਂ ਫਕੀਰ ਚੰਦ ਤੁਲੀ ਹੱਥ ਰੁੱਕਾ ਤੇ ਕਹਾਣੀ ਆ ਗਈ। ਨਾਗਮਣੀ ਲਈ ਕਹਾਣੀ ਭੇਜ ਰਿਹਾ, ਲੈ ਜਾਣਾ। ਦਿੱਲੀ ਗਿਆ, ਮਿਲਿਆ, ਕਿਹਾ ਦੀਦੀ ਕਹਾਣੀ ਮੈਂ ਮਿਹਨਤ ਨਾਲ ਲਿਖੀ ਹੈ, ਆਸ ਹੈ ਪਸੰਦ ਆਏਗੀ, ਨਾਲ ਗੋਰਖੀ ਦੀ ਵੀ ਹੈ, ਦੇਖ ਲੈਣਾ, ਜੇ ਛਪਣ ਲਾਇਕ ਹੋਈ ਤਾਂ ਛਾਪ ਲੈਣਾ। ਕਾਫੀ ਚਿਰ ਬਾਅਦ ਗਿਆ ਸਾਂ। ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਅਗਲੀ ਸਵੇਰ ਪਰਤਣ ਲੱਗੇ ਤੇ ਮੈਂ ਫੇਰ ਕਿਹਾ, ਗੋਰਖੀ ਨੂੰ ਛਪਣ ਜਾਂ ਨਾ ਛਪਣ ਬਾਰੇ ਖੱਤ ਲਿਖ ਦੇਣਾ। ਅਮਰਤਾ ਹੱਸਣ ਲੱਗੀ ਤੇ ਇਮਰੋਜ਼ ਨੂੰ ਕਿਹਾ, ਇਮੂ ਦੱਸ ਇਹਨੂੰ। ਇਮਰੋਜ਼ ਨੇ ਹੱਸ ਕੇ ਕਿਹਾ, ਕਜ਼ਾਕ ਪਿਆਰੇ, ਤੇਰੇ ਸੌਣ ਲਈ ਜਾਣ ਤੋਂ ਬਾਅਦ ਅਮਰਤਾ ਨੇ ਦੋਵੇਂ ਕਹਾਣੀਆਂ ਪੜ੍ਹੀਆਂ। ਗੋਰਖੀ ਦੀ ਕਹਾਣੀ ਇੰਨੀ ਚੰਗੀ ਲੱਗੀ, ਉਸੇ ਵੇਲੇ ਮੈਥੋਂ ਕਾਰ ਕਢਵਾਈ। ਜਮਨਾ ਪਾਰ ਲੋਕ ਪ੍ਰਿੰਟਰ ਵਾਲੇ ਨੂੰ ਨਾਗਮਣੀ ਦੇ ਫਾਈਨਲ ਅੰਕ ਵਿੱਚੋਂ ਆਪਣੀ ਇੱਕ ਲੰਮੀ ਨਜ਼ਮ ਤਿੜਕੇ ਘੜੇ ਦਾ ਪਾਣੀ ਦੀਆਂ ਗੀਲੀਆਂ ਕਢਾ ਕੇ ਗੋਰਖੀ ਦੀ ਕਹਾਣੀ ਛਪਣ ਲਈ ਦੇ ਕੇ ਆਈ। ਮੁੜਦੇ ਮੈਂ ਕਿਹਾ, ਮਾਜਾ ਕਹਾਣੀ ਅਗਲੇ ਮਹੀਨੇ ਛਪ ਜਾਂਦੀ ਤਾਂ ਕਿਹਾ, ਨਹੀਂ, ਮੈਂ ਇੰਨੀ ਚੰਗੀ ਕਹਾਣੀ ਤੋਂ ਨਾਗਮਣੀ ਦੇ ਪਾਠਕਾਂ ਨੂੰ 1 ਮਹੀਨਾ ਵਿਰਵਾ ਨਹੀਂ ਸੀ ਰੱਖ ਸਕਦੀ। ਸਾਡੇ ਜਿਹੇ ਮਾਮੂਲੀ ਲੇਖਕਾਂ ਨੂੰ ਕਿੰਨਾ ਪਿਆਰ ਸਤਿਕਾਰ ਮਿਲਦਾ ਸੀ, ਇਹਦਾ ਪ੍ਰਮਾਣ ਇਸ ਘਟਨਾ 'ਚੋਂ ਤਲਾਸ਼ ਕੀਤਾ ਜਾ ਸਕਦਾ ਹੈ। ਮੈਂ ਤੇ ਪ੍ਰੇਮ ਗੋਰਖੀ ਇੱਕ ਵਾਰੀ ਮਿਲਣ ਗਏ। ਸੋਚਿਆ ਇੰਨੀ ਪ੍ਰਸਿੱਧ ਲੇਖਕਾਂ ਨੂੰ ਮਿਲਣ ਗਏ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੇ ਤੋਹਫੇ ਲੈ ਕੇ ਜਾਂਦੇ ਹੋਣਗੇ। ਮੈਂ ਵਾਹੀ ਕਰਦਾ ਸਾਂ। ਗੋਰਖੀ ਪਿੰਡ ਆਇਆ ਹੋਇਆ ਸੀ। ਅਸੀਂ ਮਲਿਆਂ ਦੇ ਬੇਰ ਤੇ ਘਲਾੜੀ ਤੋਂ ਤਾਜ਼ਾ ਗੁੜ ਲੈ ਲਿਆ। ਆਪਣੀ ਗਰੀਬੀ ਤੇ ਸੀਮਾ ਬਾਰੇ ਦੱਸਦਿਆਂ ਬਿਨੈ ਕੀਤੀ, ਸਾਡੀ ਨਿਗੂਣੀ ਚੀਜ਼ ਦਾ ਬੁਰਾ ਨਾ ਮਨਾਉਣਾ। ਅੰਮ੍ਰਿਤਾ ਕਣ ਵਾਲਾ ਗੁੜ ਖਾ ਕੇ ਬੜੀ ਖੁਸ਼ ਹੋਈ। ਅਸੀਂ ਮਲਿਆਂ ਦੇ ਬੇਰ ਖਾਣ ਲਈ ਵੀ ਕਿਹਾ। ਬੇਰ ਖੱਟ ਮਿੱਠੇ ਤੇ ਸੁਆਦੀ ਸਨ। ਸਾਨੂੰ ਇਲਮ ਨਹੀਂ ਸੀ ਬੇਰ ਗਲ ਘੋਟੂ ਹਨ। ਥੋੜ੍ਹੇ ਚਿਰ ਬਾਅਦ ਹੀ ਅਮਰਤਾ ਦਾ ਗਲਾ ਫੁੱਲ ਕੇ ਰੁੰਧ ਗਿਆ ਤੇ ਪਿਆਸ ਲੱਗਣ ਲੱਗੀ। ਥੋੜ੍ਹੇ ਚਿਰ ਬਾਅਦ ਖੰਘ ਤੇ ਗਲੇ ਦੀ ਸੋਜਿਸ਼ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਗਿਆ। ਆਖਿਰ ਡਾਕਟਰ ਬੁਲਾਉਣ ਦੀ ਨੌਬਤ ਆ ਗਈ। ਇਮਰੋਜ਼ ਨੇ ਪੁੱਛਿਆ, ਪਤਾ ਨਾ ਲੱਗਿਆ ਬੇਰ ਗਲਾ ਫੜ ਰਹੇ ਹੈ? ਅਮਰਤਾ ਨੇ ਕਿਹਾ, ਪਤਾ ਤਾਂ ਪਹਿਲੇ ਦੂਜੇ ਬੇਰ ਵੇਲੇ ਹੀ ਲੱਗ ਗਿਆ ਸੀ। ਕਮਾਲ ਹੈ, ਫਿਰ ਵੀ ਦੇਰ ਤੱਕ ਖਾਂਦੀ ਰਹੀ। ਉੱਤਰ 'ਚ ਅਮਰਤਾ ਨੇ ਇਮਰੋਜ਼ ਦਾ ਹੱਥ ਫੜਦੇ ਜੋ ਕਿਹਾ, ਉਹਨੇ ਸਾਡੀਆਂ ਭੁੱਬਾਂ ਹੀ ਕੱਢ ਦਿੱਤੀਆਂ। ਇਮੂ, ਮੈਂ ਨਹੀਂ ਸੀ ਚਾਹੁੰਦੀ ਮੇਰੀ ਨਿੱਕੀ ਜਿਹੀ ਤਕਲੀਫ ਬਦਲੇ ਇਹਨਾਂ ਦੋਸਤਾਂ ਦਾ ਪਿਆਰ ਨਾਲ ਲਿਆਂਦਾ ਤੋਹਫਾ ਛੋਟਾ ਹੋ ਜਾਏ। ਅਮਰਤਾ ਨੂੰ ਨਾਗਮਣੀ ਦੇ ਲੇਖਕਾਂ ਨੇ ਬਹੁਤ ਨੇੜਿਓਂ ਦੇਖਿਆ। ਉਹਦੀ ਜਿੰਨੀ ਵਿਰੋਧਤਾ ਸੀ ਉਹ ਤੋਂ 1000 ਗੁਣਾ ਵੱਧ ਪ੍ਰਸ਼ੰਸਕ ਸਨ, ਕਿਉਂਕਿ ਉਹ ਆਪਣੀਆਂ ਸ਼ਰਤਾਂ 'ਤੇ ਜੀਵੀ। ਮੈਨੂੰ ਅਮਰਤਾ ਰਾਹੀਂ ਬਿਰਲਾ ਫਾਊਂਡੇਸ਼ਨ ਅਤੇ ਆਦਿਵਾਸੀ ਸੰਸਥਾਨ ਕੇਂਦਰ ਦੇ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰਨ ਦਾ ਮੌਕਾ ਮਿਲਿਆ। ਇੱਕ ਵਾਰ ਉਹਨਾਂ ਪੰਜਾਬੀ ਅਕਾਦਮੀ ਦਿੱਲੀ ਤੋਂ ਮੇਰੇ ਲਈ ਪ੍ਰੋਜੈਕਟ ਪਾਸ ਕਰਵਾਇਆ। ਮੇਰੀ ਆਰਥਿਕ ਤੰਗੀ ਬਾਰੇ ਅਮਰਤਾ ਨੂੰ ਪਤਾ ਸੀ। ਪ੍ਰੋਜੈਕਟ ਸੌਂਪਣ ਦਾ ਵਕਤ ਆਇਆ ਤਾਂ ਟੈਕਨੀਕਲ ਵਿੱਚ ਗੱਲ ਅੜ ਗਈ। ਫਾਈਲ 'ਚ ਮੇਰੇ ਵੱਲੋਂ ਲਿਖਿਆ ਬੇਨਤੀ ਪੱਤਰ ਨਹੀਂ ਸੀ। ਮੈਂ ਕਿਹਾ 2 ਅੱਖਰ ਲਿਖ ਦਿੰਦਾ। ਅਮਰਤਾ ਨੇ ਨਾ ਕਰ ਦਿੱਤੀ। ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਖੈਰਾਤ ਮੰਗਣ ਵਾਲੀ ਗੱਲ ਹੋ ਜਾਏਗੀ। ਤੇ ਦੂਜੀ ਵਾਰ ਜਦੋਂ ਡਾਕਟਰ ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਉਦੋਂ ਉਹਨਾਂ 3 ਸਾਲ ਲਈ ਫੈਲੋਸ਼ਿਪ ਪਾਸ ਕਰਵਾਈ। ਉਦੋਂ ਵੀ ਗੱਲ ਇੱਥੇ ਅੜ ਗਈ। ਲੇਖਕ ਲਿਖ ਕੇ ਦੇਵੇ। ਅਮਰਤਾ ਨੇ ਕਿਹਾ, ਮੈਥੋਂ ਜੋ ਮਰਜ਼ੀ ਲਿਖਵਾ ਲਓ, ਲੇਖਕ ਦਾ ਸਿਰ ਉੱਚਾ ਰਹਿਣ ਦਿਓ। ਇੱਕ ਸਮੇਂ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿੱਚ ਸੀ ਤਾਂ ਸਥਾਈ ਕਮੇਟੀ ਨੇ ਅਮਰਤਾ ਨਾਲ ਸੰਬੰਧਿਤ 2 ਪ੍ਰੋਜੈਕਟ ਪਾਸ ਕੀਤੇ। ਪ੍ਰਤੀਨਿਧ ਕਹਾਣੀਆਂ ਤੇ ਸਾਹਿਤਿਕ ਸਵੈ ਜੀਵਨੀ। ਡਾਕਟਰ ਅਜਮੇਰ ਸਿੰਘ ਮੁਖੀ ਸਨ। ਉਹਨਾਂ ਮੇਰੀ ਡਿਊਟੀ ਲਗਵਾਈ। ਮੈਂ ਦੋਵਾਂ ਪ੍ਰੋਜੈਕਟਾਂ ਦੀ ਪ੍ਰਵਾਨਗੀ ਲੈ ਕੇ ਆਵਾਂ। ਉੱਤਰ ਵਿੱਚ ਅਮਰਤਾ ਨੇ ਚਿੱਠੀ ਲਿਖੀ, ਕੀ ਇਹ ਠੀਕ ਹੋਏਗਾ ਮੈਂ ਆਪਣੀਆਂ ਕਹਾਣੀਆਂ ਨੂੰ ਖੁਦ ਹੀ ਪ੍ਰਤੀਨਿਧ ਕਹਾਂ? ਸਾਹਿਤਿਕ ਸਵੈ ਜੀਵਨੀ ਦਾ ਨਾਂ ਕੁਝ ਹੋਰ ਰੱਖ ਕੇ ਲਿਖਣ ਬਾਰੇ ਇੱਛਾ ਜ਼ਾਹਰ ਕੀਤੀ, ਜੋ ਪ੍ਰਵਾਨ ਨਾ ਹੋਈ, ਪਰ ਅਮਰਤਾ ਨੇ ਕੋਈ ਗਿਲਾ ਨਾ ਕੀਤਾ। ਕਸ਼ਮੀਰ ਪੰਨੂ ਤੇ ਮੈਂ ਇਸ ਕਿੱਸੇ ਦੇ ਚਸ਼ਮਦੀਦ ਗਵਾਹ ਹਾਂ। ਇੱਕ ਵੇਰ ਮਰਹੂਮ ਨਾਟਕਕਾਰ ਹਰਸਰਨ ਸਿੰਘ ਦੀ ਰਚਨਾ ਪਹਿਲੀ ਵੇਰ ਨਾਗਮਣੀ 'ਚ ਛਪੀ। ਉਹ DPI ਮਹਿਕਮੇ 'ਚ ਵੱਡੇ ਅਹੁਦੇ 'ਤੇ ਸਨ। ਉਹਨਾਂ ਨੂੰ ਪਹਿਲੀ ਵੇਰ ਪਤਾ ਲੱਗਾ ਨਾਗਮਣੀ ਜਿਹਾ ਪਰਚਾ ਸਕੂਲਾਂ ਕਾਲਜਾਂ ਦੀ ਲਾਇਬ੍ਰੇਰੀਆਂ ਲਈ ਪ੍ਰਵਾਨ ਨਹੀਂ ਸੀ ਕੀਤਾ ਹੋਇਆ। ਦੇਵ ਭਾਰਦਵਾਜ, ਕਸ਼ਮੀਰ ਪੰਨੂ ਤੇ ਮੈਂ ਉਹਨਾਂ ਦੇ ਸਾਹਮਣੇ ਬੈਠੇ ਸੀ। ਉਹਨਾਂ ਸ਼ਰਮ ਮਹਿਸੂਸ ਕੀਤੀ ਤੇ ਕਿਹਾ, ਹਰ ਹਾਲਤ 'ਚ ਨਾਗਮਣੀ ਸਕੂਲਾਂ ਕਾਲਜਾਂ ਦੀਆਂ ਲਾਇਬ੍ਰੇਰੀਆਂ 'ਚ ਲੱਗਣੀ ਚਾਹੀਦੀ ਹੈ। ਇੰਜ ਘੱਟੋ ਘੱਟ 2-2.5 ਹਜ਼ਾਰ ਪਰਚਾ ਵੱਧ ਛਪਿਆ ਕਰੇਗਾ। ਮੈਂ ਨਾਗਮਣੀ ਦੀ ਕਾਰਜਸ਼ੈਲੀ ਨੂੰ ਨੇੜਿਓਂ ਜਾਣਦਾ ਸੀ। ਇਹ ਵੀ ਜਾਣਦਾ ਸੀ
ਕਿ ਪ੍ਰੈਸ ਕਾਪੀ ਤੋਂ ਲੈ ਕੇ ਪ੍ਰੂਫ ਰੀਡਿੰਗ ਤੇ ਪਰਚਾ ਪੋਸਟ ਕਰਨ ਦਾ ਕੰਮ ਅਮਰਤਾ ਤੇ ਇਮਰੋਜ਼ ਖੁਦ ਕਰਿਆ ਕਰਦੇ ਹੈ, ਕਿਉਂਕਿ ਨਾਗਮਣੀ ਦੀ ਆਮਦਨ ਕਿਸੇ ਤੀਜੇ ਕਾਮੇ ਦਾ ਵਿੱਤੀ ਬੋਝ ਸਹਾਰਨ ਤੋਂ ਅਸਮਰਥ ਸੀ। ਫੈਸਲਾ ਹੋਇਆ ਮੈਂ DPI ਤੋਂ ਫਾਰਮ ਲੈ ਕੇ ਦਿੱਲੀ ਜਾਵਾਂ ਤੇ ਇਹ ਲਿਖਵਾ ਕੇ ਲਿਆਵਾਂ ਕਿ ਨਾਗਮਣੀ 2-2.5 ਹਜ਼ਾਰ ਤੋਂ ਵੱਧ ਛਪਦਾ ਹੈ। ਨਾਲ ਹੀ DPI ਨੂੰ ਬਿਨੇ ਪੱਤਰ ਲਿਖਿਆ ਜਾਏ। ਮੈਂ ਹੁੱਬ ਕੇ ਫਾਰਮ ਅੱਗੇ ਕੀਤਾ। ਅਮਰਤਾ ਨੇ ਧਿਆਨ ਨਾਲ ਪੜ੍ਹਿਆ। ਜਿਸ ਕਾਲਮਾਂ ਥੱਲੇ ਲਿਖਿਆ ਸੀ ਉਪਰੋਕਤ ਅੰਕੜੇ ਪੂਰਨ ਰੂਪ 'ਚ ਸੱਚ ਹਨ। ਅਮਰਤਾ ਨੇ ਇਮਰੋਜ਼ ਨੂੰ ਹਾਕ ਮਾਰੀ ਤੇ ਲਿਖਵਾਇਆ, ਪਿਛਲੇ ਮਹੀਨੇ ਨਾਗਮਣੀ ਦੀਆਂ 725 ਪ੍ਰਤੀਆਂ ਛਪੀਆਂ ਗਈਆਂ। ਇਸ ਪਰਚੇ 'ਚ ਕੋਈ ਸਰਕਾਰੀ ਇਸ਼ਤਿਹਾਰ ਨਹੀਂ ਛਪਦਾ। ਮੈਂ ਕਿਹਾ ਇਸ ਤਰ੍ਹਾਂ ਤਾਂ ਪਰਚਾ ਪਾਸ ਨਹੀਂ ਹੋਏਗਾ, ਬਿਨੇ ਪੱਤਰ ਵੀ ਜ਼ਰੂਰੀ ਹੈ, ਅੰਕੜਿਆਂ 'ਚ 1000 ਤਾਂ ਲਿਖੋ। ਉਹਨਾਂ ਕਿਹਾ ਬਿਨੇ ਪੱਤਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। DPI ਨੂੰ ਲੋੜ ਹੈ ਤਾਂ ਖੁਦ ਬਿਨੇ ਪੱਤਰ ਲਿਖੇ। ਤੇ ਜਦੋਂ ਨਾਗਮਣੀ ਸ਼ੁਰੂ ਕੀਤੀ ਸੀ ਕਈ ਫੈਸਲੇ ਬੜੀ ਸਖਤੀ ਨਾਲ ਲਏ ਸੀ, ਜਿਵੇਂ ਰਿਵਿਊ ਨਹੀਂ ਛਪਣਗੇ, ਕਿਤਾਬ ਚੰਗੀ ਹੋਈ ਤਾਂ ਉਸ ਵਿੱਚੋਂ ਕੁਝ ਹਿੱਸਾ ਛਾਪ ਲਿਆ ਜਾਏਗਾ, ਲੇਖਕ ਦੀ ਥਾਂ ਲਿਖਤ ਨੂੰ ਪਹਿਲ ਦਿੱਤੀ ਜਾਏਗੀ, ਇਸ਼ਤਿਹਾਰਾਂ ਲਈ ਝੋਲੀ ਨਹੀਂ ਫੈਲਾਈ ਜਾਏਗੀ ਕਿਉਂਕਿ ਇਹ ਵਿਕੇ ਹੋਏ ਬੋਲਾਂ ਦਾ ਪਰਚਾ ਨਹੀਂ, ਨਿੰਦਾ ਪਾਠ ਲਈ ਪਰਚੇ 'ਚ ਕੋਈ ਥਾਂ ਨਹੀਂ ਹੋਏਗੀ, ਵਿਕਰੇਤਾ ਵੱਲੋਂ 1 ਮਹੀਨਾ ਅਗਾਊਂ ਡਰਾਫਟ ਆਉਣ 'ਤੇ ਹੀ ਪਰਚਾ ਭੇਜਿਆ ਜਾਏਗਾ। ਸਭ ਤੋਂ ਵੱਡੀ ਗੱਲ, ਇਹ ਕਤਈ ਨਹੀਂ ਲਿਖਿਆ ਜਾਏਗਾ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ, ਨਾ ਹੀ ਰਚਨਾਕਾਰ ਤੋਂ ਬਿਨਾਂ ਕਿਸੇ ਨੂੰ ਪਰਚਾ ਮੁਫਤ ਭੇਜਿਆ ਜਾਏਗਾ। ਮੈਂ ਬਿਨੇ ਪੱਤਰ ਲਿਖਣ ਦਾ ਤਰਲਾ ਲਿਆ ਤੇ ਆਰਥਿਕ ਫਾਇਦੇ ਦੀ ਦੁਹਾਈ ਦਿੱਤੀ। ਤਦ ਇਮਰੋਜ਼ ਨੇ ਕਿਹਾ, ਕਜ਼ਾਕ ਪਿਆਰੇ, ਫਾਰਮ ਦੇ ਥੱਲੇ ਇੱਕ ਲਾਈਨ 'ਚ ਸੱਚ ਬੋਲਣ ਬਾਰੇ ਲਿਖਿਆ ਗਿਆ, ਇਸ ਲਈ ਕਿ ਲੋਕ ਪਰਚਿਆਂ ਦੀ ਛਪਣ ਗਿਣਤੀ ਦੱਸਣ ਵੇਲੇ ਝੂਠ ਬੋਲਦੇ ਹੈ। ਸਤਰ ਨਾ ਵੀ ਲਿਖੀ ਹੁੰਦੀ ਤਦ ਵੀ ਇਹ ਇੱਕ ਪਰਚਾ ਫਾਲਤੂ ਨਹੀਂ ਸੀ ਲਿਖਣਾ। ਸਾਰਾ ਪੰਜਾਬੀ ਜਗਤ ਜਾਣਦਾ ਹੈ ਨਾਗਮਣੀ ਸਕੂਲਾਂ ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਲਾਜ਼ਮੀ ਖਰੀਦੇ ਜਾਣਾ ਪ੍ਰਵਾਨ ਨਾ ਹੋ ਸਕਿਆ। ਇੱਕ ਵਾਰ ਮੈਂ ਆਪਣੇ ਨਾਵਲ ਦਾ ਖਰੜਾ ਅਮਰਤਾ ਨੂੰ ਪੜ੍ਹ ਕੇ ਰਾਏ ਦੇਣ ਲਈ ਕਿਹਾ। ਉਸ ਪੜ੍ਹ ਕੇ ਖੱਤ ਲਿਖਿਆ, ਕਿਸ ਕੱਚੇ ਲੇਖਕ ਦਾ ਲਿਖਿਆ ਨਾਵਲ ਦੇ ਦਿੱਤਾ। ਜੇ ਸੱਚਮੁੱਚ ਤੂੰ ਲਿਖਿਆ ਤਾਂ ਮੈਂ ਇਸ ਕਜ਼ਾਕ ਨੂੰ ਨਹੀਂ ਜਾਣਦੀ। ਕੇਰਾ ਮੈਂ ਸੁਰਿੰਦਰ ਸ਼ਰਮਾ, ਅਜੀਤ ਕੌਰ, ਅਮਰਤਾ ਤੇ ਇਮਰੋਜ਼ ਕਾਰ 'ਚ ਜਾ ਰਹੇ ਸੀ। ਗੱਲਾਂ 'ਚ ਅਜੀਤ ਕੌਰ ਨੇ ਕਿਸੇ ਕਵਿੱਤਰੀ ਦਾ ਨਾਂ ਲੈ ਕੇ ਕਿਹਾ ਵੀ ਇਸ ਵਾਰ ਉਹ ਫਲਾਂ ਲੇਖਕ ਨੂੰ ਸਾਹਿਤ ਅਕੈਡਮੀ ਦੇ ਇਨਾਮ ਲਈ ਚੈਲੰਜ ਕਰ ਰਹੀ ਹੈ। ਅੱਛਾ, ਉਸੇ ਨੂੰ ਦਵਾ ਦਿੰਦੇ ਹਾਂ ਜਿਹਨੂੰ ਉਹ ਨਹੀਂ ਚਾਹੁੰਦੀ, ਅਮਰਤਾ ਨੇ ਕਿਹਾ। ਕਮਾਲ ਹੈ ਦੀਦੀ, ਸੁਰਿੰਦਰ ਸ਼ਰਮਾ ਤਿੜਕਿਆ। ਮੈਂ ਤਾਂ ਸਮਝਦਾ ਸੀ ਤੁਸੀਂ ਉਸ ਕਵਿੱਤਰੀ ਨਾਲੋਂ ਬਹੁਤ ਵੱਡੇ ਹੋ। ਇਹ ਤਾਂ ਦੋਵੇਂ ਗੱਲਾਂ ਇੱਕੋ ਜਿਹੀਆਂ ਮਾੜੀਆਂ। ਤਦ ਮੂਹਰਲੀ ਸੀਟ 'ਤੇ ਬੈਠੀ ਅਮਰਤਾ ਇੱਕਦਮ ਮੁੜੀ ਤੇ ਕਿਹਾ, ਅਜੀਤ, ਜਿਸ ਅਦੀਬ ਦੇ ਦੋਸਤ ਇੰਨੇ ਬੇਬਾਕ ਹੋਣ ਉਹ ਕਿੰਨਾ ਅਮੀਰ ਹੋਏਗਾ। ਬੇਸ਼ੱਕ, ਜੇ ਅਦੀਬ ਬੇਬਾਕੀ ਨੂੰ ਸਹਿ ਸਕਣ ਵਾਲਾ ਹੋਵੇ। ਤੇ ਜਿਨ੍ਹਾਂ ਦਿਨਾਂ 'ਚੋਂ ਮੌਤ ਨਾਲ ਲੜ ਰਹੀ ਸੀ, ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਰਾਹੀਂ 5 ਲੱਖ ਰੁਪਈਆ ਲੈ ਕੇ ਗਏ। ਅਧਿਕਾਰੀਆਂ ਨਾਲ ਮੈਂ ਵੀ ਗਿਆ। ਉਸ ਬਾਰ-ਬਾਰ ਇੱਕੋ ਗਿਲਾ ਕੀਤਾ, ਪੰਜਾਬ ਨੇ ਕ੍ਰਿਸ਼ਨਾ ਸੋਪਤੀ ਵਾਲੇ ਮਸਲੇ ਵਿੱਚ ਕੁਝ ਇਤਿਹਾਸਿਕ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਉਹਦੀ ਮਦਦ ਨਹੀਂ ਕੀਤੀ। ਅਮਰਤਾ ਦੀਆਂ ਵਿਸ਼ੇਸ਼ ਲਿਖਤਾਂ ਤੇ ਇਮਰੋਜ਼ ਦੁਆਰਾ ਬਣਾਈਆਂ ਪੇਂਟਿੰਗਸ ਦੀ ਐਲਬਮ ਛਾਪਣ ਬਾਰੇ ਵੀ ਫੈਸਲਾ ਹੋਇਆ, ਜੋ ਅੱਜ ਤੱਕ ਹਵਾ ਵਿੱਚ ਹੈ। ਅਮਰਤਾ ਤੇ ਨਾਗਮਣੀ ਨਾਲ ਲੰਮਾ ਸਮਾਂ ਸਾਥ ਰਿਹਾ। ਹਜ਼ਾਰਾਂ ਸਿਮਰਤੀਆਂ ਹਨ ਜੋ ਮੁੱਕਣੀਆਂ ਨਹੀਂ। ਮੰਦਾ ਬੋਲਣ ਵਾਲੇ ਮੋਈ ਹੋਈ ਨੂੰ ਵੀ ਨਹੀਂ ਬਖਸ਼ ਰਹੇ। ਇੱਕ ਵਾਰ ਮੈਂ, ਦਵਿੰਦਰ, ਵੇਦਰਾਹੀ ਤੇ ਅਮਰਤਾ ਮਰਹੂਮ ਇੰਦਰਾ ਗਾਂਧੀ ਨੂੰ ਮਿਲਣ ਗਏ। ਇੰਦਰਾ ਗਾਂਧੀ ਤੇ ਬਣਨ ਵਾਲੀ ਡਾਕੂਮੈਂਟਰੀ ਜੰਗ ਜਾਰੀ ਹੈ ਤੇ ਕੰਮ ਕਰ ਰਹੇ ਸਾਂ। ਰਸਤੇ 'ਚ ਆਉਂਦੇ ਦਵਿੰਦਰ ਨੇ ਕਿਸੇ ਵੱਲੋਂ ਕੀਤੀ ਟਿੱਪਣੀ ਬਾਰੇ ਕੁਝ ਕਿਹਾ। ਤਦ ਅਮਰਤਾ ਮੁਸਕਰਾਈ ਤੇ ਕਿਹਾ, ਇਸ ਅਮਰਤਾ ਨੂੰ ਬੁਰਾ ਭਲਾ ਕਹਿ ਲੈਣਗੇ, ਉਸ ਅਮਰਤਾ ਨੂੰ ਕਿਵੇਂ ਕਹਿਣਗੇ ਜੋ ਲੋਕਾਂ ਦੇ ਦਿਲਾਂ ਵਿੱਚ ਹੈ। ਧੰਨਵਾਦ।